ऊपर जो वीडियो रिकॉर्डिंग पाई है, ਇਹਦਾ ਅਧਿਆਤਮ ਦੇ ਨਾਲ ਕੋਈ ਵੀ ਤਾਂ ਸੰਬੰਧ ਨਹੀਂ ਹੈ। ਜਿੰਨੇ ਪਾਈ ਹੈ ਉਹਨੂੰ ਲੱਗਦਾ ਹੈ ਵੀ ਇੱਧਰ ਜੋ ਕਿਹਾ ਜਾ ਰਿਹਾ ਹੈ ਸਮਝ 'ਚ ਨਹੀਂ ਆ ਰਿਹਾ ਹੈ, ਤੇ ਸੁਣ ਕਿਉਂ ਰਹੇ ਹੋ? ਫਿਰ ਜਦੋਂ ਗੁਰਮੁਖ ਪਿਆਰੇ ਨੰਬਰ ਐਡ ਕਰਦੇ ਹਨ ਉਦੋਂ ਕਹਿੰਦੇ ਵੀ ਹਨ, ਬੇਨਤੀ ਵੀ ਕਰਦੇ ਹਨ ਵੀ ਕੋਈ ਵੀ ਆਡੀਓ ਵੀਡੀਓ ਰਿਕਾਰਡਿੰਗ ਗਰੁੱਪਾਂ ਵਿੱਚ ਨਹੀਂ ਪਾਉਣੀ। ਫਿਰ ਗਰੁੱਪ ਵਿੱਚ ਪਾਈ ਹੋਈ ਮੈਨੂੰ ਵੀ ਸੁਣਨੀ ਪੈਂਦੀ। ਕਮ ਸੇ ਕਮ ਮੇਰੇ 'ਤੇ ਦਇਆ ਕਰੋ। ਇਹ ਤਾਂ ਆਪਣੇ ਚੈਨਲ ਚਲਾ ਰਹੇ ਹਨ ਇੱਧਰ ਉੱਧਰ ਦੀਆਂ ਗੱਲਾਂ ਕਰਕੇ। ਹੁਣ ਇਹਦੇ ਵਿੱਚ ਜੋ ਗੱਲ ਹੋ ਰਹੀ ਹੈ, ਮੁਸਲਮਾਨ ਪ੍ਰਚਾਰਕ ਕਹਿ ਰਿਹਾ ਹੈ ਮੁਸਲਮਾਨਾਂ ਅਤੇ ਸਿੱਖਾਂ ਦਾ ਸੰਬੰਧ ਜੋੜ ਰਿਹਾ ਹੈ, ਬਹੁਤ ਉਦਾਹਰਣਾਂ ਦੇ ਕੇ। ਫਿਰ ਸਿੱਖਾਂ ਦੀ ਵਡਿਆਈ ਕਰ ਰਿਹਾ ਹੈ ਅਤੇ ਸਿੱਖਾਂ ਨੂੰ ਤਾਂ ਮਜ਼ਾ ਆਉਣਾ ਹੀ ਹੈ। ਇਸੇ ਕਾਰਨ ਹੀ ਸਿੱਖ ਐਸੇ ਪ੍ਰਚਾਰਕਾਂ ਨੂੰ ਸੱਦਦੇ ਹਨ ਵੀ ਦੂਸਰੇ ਲੋਕ, ਦੂਸਰੇ ਮਜ਼ਹਬਾਂ ਦੇ ਵੀ ਲੋਕ ਜਿਹੜੇ ਹਨ ਉਹ ਵੀ ਸਾਡੀ ਵਡਿਆਈ ਕਰ ਰਹੇ ਹਨ, ਅਤੇ ਕਿੰਨਾ ਨਹੀਂ ਰਸ ਆਉਂਦਾ ਹੈ। ਅਤੇ ਸਿਰਫ ਸ਼ਬਦਾਂ 'ਚ ਹੀ ਕਰ ਰਹੇ ਹਨ, ਸ਼ਬਦਾਂ 'ਚ ਉਲਝੇ ਹੋਏ ਅਤੇ ਉਲਝਾ ਰਹੇ ਹਨ। ਹੁਣ ਜਿਵੇਂ ਮੁਸਲਮਾਨ ਨੌਜਵਾਨ ਕਹਿ ਰਿਹਾ ਹੈ ਕਿ ਕਾਦਰੀ ਨੇ ਮੈਨੂੰ ਦੱਸਿਆ ਵੀ ਸਿੱਖਾਂ ਦਾ ਵਾਹਿਗੁਰੂ, ਹਿੰਦੂਆਂ ਦਾ ਰਾਮ, ਮੁਸਲਮਾਨਾਂ ਦਾ ਅੱਲਾ, ਸਭ ਇੱਕੋ ਰੱਬ ਦੇ ਹੀ ਨਾਮ ਹਨ। ਇਹ ਤਾਂ ਸਦੀਆਂ ਤੋਂ ਕਿਹਾ ਜਾ ਰਿਹਾ। ਇਹੋ ਹੀ ਲੋਕ ਲੜਦੇ ਵੀ ਹਨ, ਕਿਉਂਕਿ ਸ਼ਬਦਾਂ ਸਹਾਰੇ ਸਹਿਮਤੀ ਨਹੀਂ ਨਾ ਹੁੰਦੀ, ਹੋ ਵੀ ਨਹੀਂ ਸਕਦੀ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖੋ ਥੋੜ੍ਹੀ ਜਿਹੀ। ਜਿਹੜੇ ਸ਼ਬਦਾਂ ਦੇ ਤਲ 'ਤੇ ਜੀ ਰਹੇ ਹਨ ਨਾ, ਉਹ ਕਦੇ ਇੱਕ ਦੂਸਰੇ ਨਾਲ ਸਹਿਮਤ ਨਹੀਂ ਹੋ ਸਕਦੇ ਹਨ, ਕਿਉਂਕਿ ਉਹ ਬਾਹਰ ਮੁਖੀ ਹਨ। ਸ਼ਬਦ ਬਾਹਰ ਹੈ, ਇਸੇ ਕਾਰਨ ਹੀ ਤਾਂ ਮੈਂ ਕੋਈ ਸ਼ਬਦ ਨਹੀਂ ਦਿੰਦਾ ਹਾਂ। ਫਿਰ ਖਿਆਲ ਵਿੱਚ ਰੱਖਿਓ, ਇੱਧਰ ਪੂਰੀ ਸਹਿਮਤੀ ਹੋਵੇਗੀ, ਕੋਈ ਝਗੜਾ ਨਹੀਂ ਹੋਵੇਗਾ। ਜਿਵੇਂ ਸਿੱਖ ਪਰਮਾਤਮਾ ਨੂੰ ਵਾਹਿਗੁਰੂ ਕਹਿੰਦੇ ਹਨ, ਇਸਲਾਮ ਧਰਮ ਦੇ ਲੋਕ ਮੁਸਲਮਾਨ ਅੱਲਾਹ ਕਹਿੰਦੇ ਹਨ, ਈਸਾਈ ਗੋਡ ਕਹਿ ਦਿੰਦੇ ਹਨ, ਹਿੰਦੂ ਰਾਮ ਕਹਿ ਦਿੰਦੇ ਹਨ, ਹੋਰ ਸੰਪਰਦਾਇਕ ਸ਼ਬਦ ਬਹੁਤ ਹਨ, ਅਲੱਗ-ਅਲੱਗ ਲੋਕ ਵਰਤਦੇ ਹਨ, ਅਤੇ ਲਹਿਦਾ ਵਿਚਾਰਧਾਰਾਵਾਂ ਹਨ, ਅਤੇ ਲਹਿਦਾ ਨਿਯਮ ਹਨ, ਮਰਿਆਦਾਵਾਂ ਹਨ, ਅਤੇ ਬਾਹਰੋਂ ਤਾਂ ਅਲੱਗ ਰਹਿਣਗੇ ਹੀ ਨਾ। ਜਿਹੜੇ ਸ਼ਬਦ ਵਰਤਣਗੇ, ਸ਼ਬਦਾਂ ਦੇ ਸਹਾਰੇ ਚੱਲਣਗੇ, ਆਪਣੇ ਆਪਣੇ ਧਰਮ ਦੀ ਮਰਿਆਦਾ ਨਿਯਮ ਮੰਨਣਗੇ, ਉਹ ਤਾਂ ਅਲੱਗ ਰਹਿਣਗੇ ਹੀ ਨਾ। ਅਤੇ ਮੈਂ ਤਾਂ ਉਲਟੀ ਗੱਲ ਕਹਿ ਰਿਹਾ, ਇਸੇ ਕਰਕੇ ਮੈਂ ਕਹਿੰਦਾ ਇਹ ਉਲਟਾ ਨਾਮ ਹੈ। ਇਹ ਨਾਮ ਹੈ ਝੂਠ ਵੱਲੋਂ ਧਿਆਨ ਹਟਾਉਣਾ। ਪਹਿਲਾ ਨਾਮ ਦਿੱਤਾ ਜਾਂਦਾ ਸੀ ਪਹਿਲੇ ਯੁਗਾਂ 'ਚ, ਨਾਮ 'ਤੇ ਧਿਆਨ ਲਾਉਣਾ। ਨਾਮ ਇੱਕ ਸਹਾਰਾ ਸੀ ਧਿਆਨ ਲਾਉਣ ਵਾਸਤੇ। ਨਾਮ ਕੋਈ ਉਪਲਬਧੀ ਨਹੀਂ ਹੈ, ਸਹਾਰਾ ਹੈ। ਇਸ ਕਰਕੇ ਬੇਅੰਤ ਨਾਮ ਸਤਿਗੁਰਾਂ ਨੇ ਕਹੇ ਹਨ ਪਰਮਾਤਮਾ ਦੇ, ਕੋਈ ਵੀ ਸਹਾਰਾ ਲੈ ਸਕਦਾ ਹੈ, ਸਹਾਰਾ ਹੈ। ਪਰ ਉਹ ਸਹਾਰੇ ਨੂੰ ਪਕੜ ਕੇ ਬਹਿ ਗਏ ਲੋਕ, ਆਪਣਾ ਨਾਮ। ਅਤੇ ਮੈਂ ਅਜੋਕੇ ਸਮੇਂ 'ਚ ਕਹਿ ਰਿਹਾ ਵੀ ਸਹਾਰਾ ਵੀ ਤਾਂ ਕੰਮ ਆਵੇਗਾ ਜਦੋਂ ਬਾਹਰਲੇ ਸਹਾਰੇ ਤੁਸੀਂ ਛੱਡੋਗੇ, ਝੂਠ ਦੇ ਸਹਾਰੇ ਛੱਡੋਗੇ।
ਝੂਠ ਵੱਲੋਂ ਧਿਆਨ ਹਟਾਓਗੇ ਤਾਂ ਸਹਾਰਾ ਕੰਮ ਆ ਜਾਵੇਗਾ। ਇਸ ਕਰਕੇ ਸਹਾਰਾ ਕੋਈ ਵੀ ਲਓ, ਕਿਸੇ ਵੀ ਸ਼ਬਦ ਦਾ ਲਓ। ਬਿਨਾਂ ਸ਼ਬਦ ਤੋਂ ਧਿਆਨ ਦਾ ਵੀ ਸਹਾਰਾ ਲਿਆ ਜਾ ਸਕਦਾ, ਜਿਵੇਂ ਕੋਈ ਸਵਾਸਾਂ 'ਤੇ ਧਿਆਨ ਕਰ ਸਕਦਾ ਜਾਂ ਹੋਰ ਕਿਤੇ ਵੀ ਸਹਾਰਾ ਲੈਣਾ ਹੈ ਬਾਹਰੋਂ ਧਿਆਨ ਹਟਾਉਣ ਵਾਸਤੇ। ਅਤੇ ਝਗੜਾ ਉੱਥੇ ਕਿੱਥੇ ਹੈ? ਜਿਹਦਾ ਵੀ ਧਿਆਨ ਬਾਹਰੋਂ ਹਟ ਗਿਆ ਉਹ ਤਾਂ ਫਿਰ ਇੱਕੋ ਜਗ੍ਹਾ ਹੀ ਪਹੁੰਚ ਗਿਆ ਨਾ। ਇਸ ਕਰਕੇ ਇਹ ਧਰਮ ਸਾਰਿਆਂ ਦਾ ਹੀ ਸਾਂਝਾ ਹੈ। ਅਤੇ ਮੈਂ ਕਿਸੇ ਨੂੰ ਵੀ ਕਿਸੇ ਦਾ ਧਰਮ, ਮਜ਼ਹਬ, ਜਾਤੀ ਪਾਤੀ ਕੁਝ ਨਹੀਂ ਪੁੱਛਦਾ। ਮੈਂ ਕਹਿੰਦਾ ਹਾਂ ਕੋਈ ਵੀ ਹੋ, ਕਿਸੇ ਵੀ ਧਰਮ ਦੇ ਹੋ, ਕਿਸੇ ਵੀ ਜਾਤੀ ਦੇ ਹੋ, ਕੁਛ ਵੀ ਮੰਨਣ ਵਾਲੇ ਹੋ, ਬਸ ਬਾਹਰੋਂ ਧਿਆਨ ਨੂੰ ਹਟਾਉਣਾ ਹੈ। ਅਤੇ ਹਟਾਉਣ ਵੱਲ ਖਿਆਲ ਰੱਖੋ, ਬਸ ਕਰਨ ਵੱਲ ਇੰਨਾ ਨਾ ਰੱਖੋ। ਅਜੋਕੇ ਸਮੇਂ 'ਚ ਪਰਹੇਜ਼ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਪਦਾਰਥਵਾਦ ਹੈ। ਅਤੇ ਪਰਹੇਜ਼ ਕਰ ਲਓ, ਬਾਹਰੋਂ ਧਿਆਨ ਨੂੰ ਬਾਹਰ ਨਾ ਜਾਣ ਦਿਓ। ਬਾਹਰ ਜਾਂਦਾ ਠਾਕਰ। ਅਤੇ ਇੱਥੇ ਤਾਂ ਕੋਈ ਝਗੜਾ ਹੋ ਹੀ ਨਹੀਂ ਨਾ ਸਕਦਾ, ਕਿਉਂਕਿ ਧਰਮ ਹੀ ਪੈਦਾ ਨਹੀਂ ਹੋ ਸਕਦਾ, ਕੋਈ ਸੰਪਰਦਾ ਨਹੀਂ ਬਣ ਸਕਦੀ, ਕਿਉਂਕਿ ਸੰਪਰਦਾ ਬਣਦੀ ਹੈ ਸ਼ਬਦਾਂ ਦੇ ਸਹਾਰੇ। ਅਤੇ ਸ਼ਬਦਾਂ ਦੇ ਹੀ ਸਾਰੇ ਝਗੜੇ ਹਨ, ਅਤੇ ਸ਼ਬਦਾਂ 'ਚ ਹੀ ਸਾਰੇ ਉਲਝੇ ਹੋਏ ਹਨ, ਸੰਸਾਰਿਕ ਵੀ ਅਤੇ ਧਾਰਮਿਕ ਵੀ। ਖਿਆਲ ਵਿੱਚ ਰੱਖੋ, ਸ਼ਬਦ ਇੱਕ ਪੁੱਲ ਦੀ ਤਰ੍ਹਾਂ ਹਨ। ਸ਼ਬਦਾਂ ਦੇ ਸਹਾਰੇ ਹੀ ਸੰਸਾਰ ਵੱਲ ਨੂੰ ਯਾਤਰਾ ਹੁੰਦੀ ਹੈ। ਇਸ ਕਰਕੇ ਪਸ਼ੂ ਪੰਛੀਆਂ ਨੂੰ ਉਪਦੇਸ਼ ਨਹੀਂ ਦਿੱਤਾ ਜਾਂਦਾ। ਪਸ਼ੂ ਪੰਛੀ ਅਜੇ ਸੰਸਾਰ ਵਿੱਚ ਬਹੁਤੇ ਨਹੀਂ ਗਏ ਹਨ, ਮਨੁੱਖ ਗਿਆ ਹੈ ਸ਼ਬਦਾਂ ਦੇ ਸਹਾਰੇ। ਅਤੇ ਸ਼ਬਦਾਂ ਦੇ ਸਹਾਰੇ ਹੀ ਉਹਨੂੰ ਵਾਪਸ ਮੋੜਿਆ ਜਾ ਸਕਦਾ ਹੈ। ਇਸ ਕਰਕੇ ਧਾਰਮਿਕ ਉਪਦੇਸ਼ਕਾਂ ਨੇ, ਪ੍ਰਭੂ ਦੇ ਪਿਆਰਿਆਂ ਨੇ ਸ਼ਬਦਾਂ ਦਾ ਉਪਯੋਗ ਕੀਤਾ ਹੈ। ਗੁਰੂਆਂ ਨੇ ਸ਼ਬਦ ਨੂੰ ਵੀ ਗੁਰੂ ਕਿਹਾ ਹੈ ਕਿ ਸ਼ਬਦ ਦੇ ਸਹਾਰੇ ਤੁਹਾਨੂੰ ਸੰਸਾਰ ਵਿੱਚੋਂ ਮੋੜਿਆ ਜਾ ਸਕਦਾ ਹੈ। ਮੋੜਨ ਵਾਲਾ ਗੁਰੂ ਸ਼ਬਦ ਦੁਆਰਾ ਹੀ ਮੋੜ ਰਿਹਾ ਹੈ ਨਾ। ਅਤੇ ਸ਼ਬਦ ਦੇ ਸਹਾਰੇ ਮੁੜਨਾ ਹੈ, ਗੁਰਮੁਖ ਹੋਣਾ ਹੈ, ਸੰਸਾਰ ਵੱਲ ਪਿੱਠ ਕਰਨੀ ਹੈ, ਤਾਂ ਹੀ ਤੁਸੀਂ ਗੁਰੂ ਵਾਲੇ ਹੋਵੋਗੇ। ਹੁਣ ਜਿਵੇਂ ਇਹ ਮਾਈ ਆਡੀਓ ਰਿਕਾਰਡਿੰਗ ਰਾਹੀਂ ਕਹਿ ਰਹੀ ਹੈ ਕਿ ਸਾਨੂੰ ਸਮਝ ਆ ਗਈ ਹੈ ਬਿਲਕੁਲ ਸਾਰੀ, ਵੀ ਅਸੀਂ ਸਰੀਰ ਨਹੀਂ ਹਾਂ, ਆਤਮਾ। ਕਈ ਕਹਿੰਦੇ ਹਨ ਪਰਮਾਤਮਾ ਦੀ ਅੰਸ਼ ਹਾਂ। ਫਿਰ ਕਹਿੰਦੇ ਹੈ ਅਸੀਂ ਛੁੱਟ ਕਿਉਂ ਨਹੀਂ ਰਹੇ ਹਾਂ, ਜਦੋਂ ਸਮਝ ਆ ਗਈ ਹੈ ਪੂਰੀ। ਸੰਸਾਰ ਦਾ ਅਤੇ ਅਧਿਆਤਮ ਦਾ ਇਹੋ ਹੀ ਫਰਕ ਹੈ। ਅਧਿਆਤਮ ਦੇ ਤਲ 'ਤੇ ਓਨਾ ਚਿਰ ਨਹੀਂ ਸਮਝਿਆ ਹੋਇਆ ਕਿਹਾ ਜਾਂਦਾ, ਜਿੰਨਾ ਚਿਰ ਜਿੱਥੋਂ ਉਹ ਸ਼ਬਦ ਆਏ ਹਨ ਉੱਤੇ ਨਾ ਪਹੁੰਚ ਗਿਆ ਹੋਵੇ। ਸ਼ਬਦ ਆਏ ਹਨ ਸੁਣ 'ਚੋਂ, ਅਤੇ ਸ਼ਬਦਾਂ ਦੇ ਸਹਾਰੇ ਸਿਰਫ ਸ਼ਬਦ ਹੀ ਪਕੜ ਵਿੱਚ ਆਉਂਦੇ ਹਨ। ਅਤੇ ਸ਼ਬਦਾਂ ਦੇ ਤਲ 'ਤੇ ਹੀ ਲੋਕ ਸਮਝ ਲੈਂਦੇ ਹਨ ਅਤੇ ਸੋਚਦੇ ਹਨ ਅਸੀਂ ਸਮਝ ਲਿਆ ਹੈ। ਅਜੋਕੇ ਸਮੇਂ 'ਚ ਬਹੁਤ ਜ਼ਿਆਦਾ ਲੋਕ ਸਮਝਦੇ ਹਨ, ਬੜਾ ਗਿਆਨ ਹੈ। ਜਿਵੇਂ ਆਹ ਬਲਵਿੰਦਰ ਸਿੰਘ ਨੇ ਵੀ ਥੱਲੇ ਇੱਕ ਲੇਖ ਪਾਇਆ ਹੋਇਆ ਹੈ ਕਿ ਕਿਸੇ ਨੇ ਰਾਮ ਕ੍ਰਿਸ਼ਨ ਪਰਮਹੰਸ ਨੂੰ ਪੁੱਛਿਆ, ਜਿਹੜੇ ਅੰਮ੍ਰਿਤ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਕਿਵੇਂ ਪ੍ਰਾਪਤ ਹੋਵੇ? ਅਤੇ ਉਹਨਾਂ ਨੇ ਕਿਹਾ ਵੀ ਅੰਮ੍ਰਿਤ ਦਾ ਕੁੰਡ ਭਰਿਆ ਹੋਵੇ ਅਤੇ ਤੁਸੀਂ ਇੱਕ ਮੱਖੀ ਦੀ ਤਰ੍ਹਾਂ ਉੱਥੇ ਪਹੁੰਚ ਗਏ ਹੋ, ਅਤੇ ਤੁਸੀਂ ਕੀ ਕੁੰਡ ਦੇ ਵਿੱਚ ਛਾਲ ਮਾਰੋਗੇ ਕਿ ਜਾਂ ਕਿਨਾਰੇ ਬੈਠ ਕੇ ਪੀਓਗੇ? ਅਤੇ ਸ਼ਿਸ਼ ਨੇ ਕਿਹਾ ਜੀ ਕਿਨਾਰੇ ਬੈਠ ਕੇ ਪੀਵਾਂਗੇ। ਇਵੇਂ ਹੀ ਬਲਵਿੰਦਰ ਸਿੰਘ ਜੀ ਵੀ ਕਿਨਾਰੇ ਬੈਠ ਕੇ ਪੀ ਰਹੇ ਹਨ।
ਇਹਨਾਂ ਨੂੰ ਵੀ ਪੂਰੀ ਦੀ ਪੂਰੀ ਸਮਝ ਆ ਗਈ ਹੈ, ਬਲਕਿ ਬਹੁਤ ਜ਼ਿਆਦਾ ਸਮਝ ਹੈ। ਆਮ ਸਧਾਰਨ ਪ੍ਰਚਾਰਕਾਂ ਗਿਆਨੀਆਂ ਨਾਲ ਪਤਾ ਤੇ ਲੱਗ ਗਿਆ ਹੈ ਵੀ ਅੰਮ੍ਰਿਤ ਦੇ ਕੁੰਡ ਦੇ ਵਿੱਚ ਛਾਲ ਮਾਰਨੀ ਹੀ ਪੈਣੀ ਹੈ, ਪਰ ਮਾਰ ਨਹੀਂ ਰਿਹਾ ਹੈ। ਅਜੇ ਵੀ ਕਿਨਾਰੇ ਬੈਠ ਕੇ ਸਵਾਦ ਲੈ ਰਿਹਾ ਹੈ, ਸ਼ਬਦਾਂ ਦਾ ਸਵਾਦ। ਇਹ ਸ਼ਬਦ ਭਾਵੇਂ ਆ ਸੁਣ ਚੋਂ ਹੀ ਰਹੇ ਹਨ, ਇਸ ਕਰਕੇ ਸਵਾਦ ਵੀ ਆਉਂਦਾ ਹੈ ਜਿਹੜੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸੁਣਦੇ ਹਨ। ਰਸ ਵੀ ਆਉਂਦਾ ਹੈ, ਕਿਉਂਕਿ ਅੰਮ੍ਰਿਤ ਦੇ ਵਿੱਚੋਂ ਭਿੱਜ ਕੇ ਆ ਰਹੇ ਹਨ, ਅਤੇ ਥੋੜ੍ਹਾ ਜਿਹਾ ਤਾਂ ਸਵਾਦ ਆ ਹੀ ਜਾਂਦਾ ਹੈ ਤਾਜ਼ੀ ਤਾਜ਼ੀ ਸ਼ਬਦਾਂ ਦਾ। ਅਤੇ ਬਹੁਤੇ ਸਵਾਦ ਹੀ ਲੈ ਰਹੇ ਹਨ, ਅਤੇ ਜਿਹੜੇ ਸ਼ਬਦਾਂ ਦਾ ਹੀ ਸਵਾਦ ਲੈ ਰਹੇ ਹਨ ਉਹ ਤਾਂ ਸੰਸਾਰੀ ਹਨ। ਹਾਲੇ ਜਿਵੇਂ ਸੰਸਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਸ਼ਬਦਾਂ ਦਾ ਸਵਾਦ ਲੈ ਰਹੇ ਹਨ ਲੋਕ, ਇੱਕ ਦੂਸਰੇ ਨੂੰ ਕਵਿਤਾ ਭੇਜਦੇ, ਕੋਈ ਸ਼ਾਇਰੀ ਭੇਜ ਰਿਹਾ ਹੈ, ਕੋਈ ਸਤਿਪੁਰਖਾਂ ਦੇ ਉਪਦੇਸ਼ ਭੇਜ ਰਿਹਾ ਹੈ, ਅਤੇ ਲੋਕ ਪੜ੍ਹ ਪੜ੍ਹ ਕੇ ਬੜੇ ਖੁਸ਼ ਹੁੰਦੇ, ਮਨ ਪ੍ਰਸੰਨ ਹੋ ਜਾਂਦਾ ਹੈ ਨਾ। ਵਿਚਾਰ ਕਰਕੇ ਸ਼ਬਦਾਂ ਦਾ ਸਵਾਦ ਆ ਗਿਆ, ਪਰ ਫਿਰ ਭੁੱਲ ਜਾਂਦਾ ਹੈ ਸਵਾਦ, ਕਿਉਂਕਿ ਸ਼ਬਦ ਦਾ ਸਵਾਦ ਸਦਾ ਨਹੀਂ ਨਾ ਰਹਿੰਦਾ ਹੈ। ਇਸ ਕਰਕੇ ਕਵੀ, ਰਾਈਟਰ ਤ੍ਰਿਪਤ ਨਹੀਂ ਰਹਿੰਦੇ ਹਨ। ਥੋੜ੍ਹਾ ਚਿਰ ਸਵਾਦ ਆਉਂਦਾ ਹੈ ਸ਼ਬਦਾਂ ਦਾ, ਜਿੰਨਾ ਚਿਰ ਪੜ੍ਹੋ। ਸੰਗੀਤ ਦਾ ਸਵਾਦ ਥੋੜ੍ਹਾ ਜਿਹਾ ਸ਼ਬਦਾਂ ਨਾਲੋਂ ਲੰਬਾ ਹੁੰਦਾ ਹੈ। ਤੁਸੀਂ ਦੇਖਿਆ ਹੀ ਨਾ, ਸ਼ਬਦ ਦੀ ਧੁਨ ਕਰੋ, ਸ਼ਬਦ ਤਾਂ ਉਸੇ ਵੇਲੇ ਸਮਾਪਤ ਹੋ ਜਾਂਦਾ, ਅਤੇ ਜਿਹੜੀ ਧੁਨ ਹੈ ਉਹ ਕਾਫੀ ਸਮੇਂ ਤੱਕ ਚੱਲਦੀ ਰਹਿੰਦੀ ਹੈ। ਧੁਨ ਲੰਮਾ ਸਮਾਂ ਰਹਿ ਜਾਂਦੀ, ਅਤੇ ਧੁਨ ਦਾ ਸਵਾਦ ਲੈਣ ਵਾਲੇ, ਰਸ ਲੈਣ ਵਾਲੇ ਜ਼ਿਆਦਾ ਲੰਮਾ ਰਸ ਲੈਂਦੇ ਨੇ। ਇਸੇ ਕਰਕੇ ਕਈ ਗੀਤ ਸੰਗੀਤ ਦੇ ਵਿੱਚ ਬੜਾ ਰਸ ਲੈਂਦੇ। ਧਾਰਮਿਕ ਲੋਕ ਕੀਰਤਨ ਦੇ ਵਿੱਚ ਜੋ ਸੰਗੀਤ ਵਜਾਉਂਦੇ ਹਨ, ਕੀਰਤਨੀ ਅਜੋਕੇ ਸਮੇਂ 'ਚ ਭਜਨ ਵੀ ਬਹੁਤ ਹੀ ਨਵੇਂ ਢੰਗ ਦੇ ਸੰਗੀਤ ਦੇ ਨਾਲ ਗਾਉਂਦੇ ਹਨ, ਅਤੇ ਬੜਾ ਰਸ ਆਉਂਦਾ ਹੈ ਸੰਗੀਤ ਦੇ ਵਿੱਚ। ਤੋ ਵੀ ਸਦਾ ਨਹੀਂ ਰਹੇਗਾ। ਦਰਅਸਲ ਜਿਵੇਂ ਸਤਿਗੁਰਾਂ ਨੇ ਸ਼ਬਦ ਵਰਤੇ ਹਨ ਸੰਸਾਰ ਵਿੱਚੋਂ ਨਿਕਲਣ ਵਾਸਤੇ, ਇਵੇਂ ਹੀ ਸੰਗੀਤ ਵੀ ਵਰਤਿਆ ਸੀ, ਰਾਗ ਵਰਤੇ ਸਨ। ਵੀ ਰਾਗਾਂ ਦੇ ਆਧਾਰਿਤ ਤੁਸੀਂ ਸੰਗੀਤ ਜਦੋਂ ਸੁਣੋਗੇ, ਤੁਹਾਡਾ ਮਨ ਉੱਥੇ ਟਿਕੇਗਾ, ਇਕਾਗਰ ਹੋਵੇਗਾ। ਜਿਵੇਂ ਸ਼ਬਦ ਦੇ ਵਿੱਚ ਇਕਾਗਰ ਕਰਨ ਵਾਸਤੇ ਕਿਹਾ ਹੈ, ਇਵੇਂ ਕੀਰਤਨ 'ਚ ਸੰਗੀਤ ਦੇ ਵਿੱਚ ਇਕਾਗਰ ਕਰਨ ਵਾਸਤੇ ਮਨ ਉਹਨੂੰ ਵਰਤਣਾ ਹੈ। ਪਰ ਲੋਕ ਰਸ ਹੀ ਲੈ ਰਹੇ ਹਨ, ਸ਼ਬਦਾਂ ਦਾ ਪੜ੍ਹ ਪੜ੍ਹ ਕੇ ਰਸ ਲੈ ਰਹੇ ਹਨ। ਕਈ ਸੰਗੀਤ ਦਾ ਰਸ ਲੈ ਰਹੇ ਹਨ, ਉਲਝੇ ਸਾਰੇ ਹੀ ਸ਼ਬਦਾਂ ਦੇ ਵਿੱਚ ਹੀ ਹਨ। ਅਤੇ ਜਾਣਾ ਸੀ ਸ਼ਬਦ ਦੇ ਸਹਾਰੇ ਪਾਰ, ਮਾਰਨੀ ਸੀ ਛਾਲ ਅੰਮ੍ਰਿਤ ਕੁੰਡ ਦੇ ਵਿੱਚ, ਪਰ ਸ਼ਬਦਾਂ ਦੇ ਸਵਾਦ ਨੇ ਹੀ ਮੋਹ ਲਿਆ। ਦੇਖੋ ਸ਼ਬਦਾਂ ਦਾ ਇੰਨਾ ਸਵਾਦ ਆ, ਅਤੇ ਨਿਸ਼ਬਦ ਦਾ ਕਿੰਨਾ ਹੋਵੇਗਾ। ਜਿੱਥੋਂ ਸ਼ਬਦ ਆ ਰਹੇ ਹਨ ਉੱਥੇ ਦੀ ਗੱਲ ਕਹੀ ਜਾ ਸਕਦੀ। ਤਦੇ ਕਿਹਾ ਨਾ, ਗੂੰਗੇ ਕੇਰੀ ਸਾਕਰਾ ਪੂਛੇ ਤੇ ਮੁਸਕਾਏ। ਉਸ ਸਵਾਦ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਬਲਕਿ ਜਿਨ੍ਹਾਂ ਨੂੰ ਸ਼ਬਦਾਂ ਦਾ ਵੀ ਸਵਾਦ ਆ ਰਿਹਾ ਹੈ, ਸੰਗੀਤ ਦਾ, ਉਹ ਵੀ ਬਹੁਤ ਸੋਚਦੇ ਹਨ ਸਾਨੂੰ ਆ ਰਿਹਾ ਹੈ। ਇਸੇ ਕਾਰਨ ਹੀ ਜ਼ਿਆਦਾਤਰ ਲੋਕ ਅਜੋਕੇ ਸਮੇਂ 'ਚ ਸੋਸ਼ਲ ਮੀਡੀਆ ਰਾਹੀਂ ਸ਼ਬਦਾਂ ਦੇ ਨਾਲ ਹੀ ਜੁੜੇ ਹੋਏ ਹਨ, ਅਤੇ ਸ਼ਬਦਾਂ 'ਚ ਹੀ ਉਲਝੇ ਹੋਏ ਹਨ। ਅਤੇ ਕੁਛ ਕੁ ਸ਼ਬਦਾਂ ਦੁਆਰਾ ਜੋ ਸਮਝ ਆਈ ਹੈ ਨਾ, ਉਹ ਸਮਝਦਾਰੀ 'ਚ ਉਲਝੇ ਹੋਏ ਹਨ। ਇਸ ਸਮਝਦਾਰੀ ਨੂੰ ਗਿਆਨ ਨਹੀਂ ਕਹਿੰਦੇ ਹਨ ਇੱਧਰ ਅਧਿਆਤਮ ਦੀ ਭਾਸ਼ਾ 'ਚ, ਇਹਨੂੰ ਚੁੰਚ ਗਿਆਨ ਕਹਿੰਦੇ ਹਨ, ਬੁੱਧੀ ਦੁਆਰਾ ਸਮਝਿਆ ਗਿਆ। ਇਸ ਗਿਆਨ ਦੇ ਵਿੱਚ ਹੀ ਬਹੁਤੇ ਅਟਕੇ ਹੋਏ ਹਨ। ਬਹੁਤਿਆਂ ਨੂੰ ਪਤਾ ਹੈ ਵੀ ਅਸੀਂ ਆਤਮਾ ਹਾਂ, ਪਰਮਾਤਮਾ ਹਾਂ, ਸਭ ਕੁਛ ਜਾਣਕਾਰੀ ਪੂਰੀ ਹੈ, ਪਰ ਸ਼ਬਦਾਂ ਦੇ ਤਲ 'ਤੇ ਹੀ। ਅਤੇ ਜਾਣਾ ਸੀ ਸ਼ਬਦਾਂ ਤੋਂ ਪਾਰ, ਨਿਰਵਿਚਾਰ ਵੱਲ ਨੂੰ, ਸ਼ਬਦਾਂ ਦੇ ਸਹਾਰੇ ਸਮਝ ਕੇ। ਪਰ ਕਈ ਸਮਝ ਹੀ ਰਹੇ ਹਨ। ਇਸੇ ਕਰਕੇ ਮੈਂ ਅਕਸਰ ਕਹਿੰਦਾ ਵੀ ਜਿਹੜੇ ਸਮਝ ਰਹੇ ਹਨ ਸ਼ਬਦਾਂ ਨੂੰ ਹੀ, ਉਹ ਨਾ ਸੁਣਨ,
ਉਹਨਾਂ ਨੂੰ ਲਾਭ ਨਹੀਂ ਹੋਵੇਗਾ, ਹਾਨੀ ਹੋਵੇਗੀ, ਕਿਉਂਕਿ ਉਹ ਸ਼ਬਦਾਂ 'ਚ ਹੀ ਉਲਝੇ ਰਹਿਣਗੇ। ਇੱਧਰ ਨਿਸ਼ਬਦ ਵੱਲ ਨੂੰ ਇਸ਼ਾਰਾ ਕੀਤਾ ਜਾ ਰਿਹਾ ਹੈ। ਇਸੇ ਕਰਕੇ ਹੀ ਵਾਰ-ਵਾਰ ਕਿਹਾ ਜਾਂਦਾ ਹੈ, ਹਰ ਵਾਰ ਕਿਹਾ ਜਾਂਦਾ ਹੈ ਵੀ ਬਾਹਰੋਂ ਧਿਆਨ ਹਟਾਓ, ਤਾਂ ਤੁਸੀਂ ਨਿਸ਼ਬਦ ਵੱਲ ਨੂੰ ਹੋਵੋਗੇ। ਨਿਰਵਿਚਾਰ ਹੋਣਾ ਹੈ, ਨਿਰਵਿਚਾਰ ਹੀ ਹੋਣਾ ਹੈ ਨਾ। ਅਤੇ ਜ਼ਿਆਦਾਤਰ ਧਾਰਮਿਕ ਲੋਕ ਨਿਰਵਿਚਾਰ ਹੋਣ ਵਾਸਤੇ ਕਹਿੰਦੇ ਹਨ ਧਿਆਨ ਕਰੋ, ਸਿਮਰਨ ਕਰੋ, ਜਪ ਕਰੋ, ਤਪ ਕਰੋ, ਪਰ ਨਿਰਵਿਚਾਰ ਕੋਈ ਹੋ ਨਹੀਂ ਪਾ ਰਿਹਾ ਹੈ। ਅਤੇ ਮੈਂ ਕਹਿੰਦਾ ਹਾਂ ਜਿਹੜੇ ਕਾਰਨ ਵਿਚਾਰ ਪੈਦਾ ਹੋ ਰਹੇ ਸੰਸਾਰ, ਮੋਹ ਦੇ ਕਾਰਨ ਹੋ ਰਹੇ ਹਨ, ਲੋਭ ਦੇ ਕਾਰਨ ਹੋ ਰਹੇ ਹਨ, ਕਾਮ ਦੇ ਕਾਰਨ ਹੋ ਰਹੇ ਹਨ, ਇੱਛਾਵਾਂ ਦੇ, ਤ੍ਰਿਸ਼ਨਾ ਦੇ, ਕਿਸੇ ਕਾਰਨ ਵੀ ਹੋ ਰਹੇ ਹਨ। ਉਸ ਕਾਰਨ ਨੂੰ ਛੱਡੋ, ਬਾਹਰ ਸੰਸਾਰ ਦੇ ਪੱਖ ਦੇ ਵਿੱਚ ਨਾ ਸੋਚੋ। ਇਹੋ ਹੀ ਕਚਰਾ ਹੈ, ਵਿਚਾਰ ਹੀ, ਇਹੋ ਹੀ ਕੂੜ ਦੀ ਮੈਲ ਹੈ, ਝੂਠ ਦੀ ਮੈਲ, ਸੰਸਾਰ ਦੀ ਵਿਚਾਰਧਾਰਾ, ਇਹਨੂੰ ਹੀ ਬਾਹਰ ਕੱਢਣਾ ਹੈ। ਅਤੇ ਸੋਚੋਗੇ ਨਾ ਸੰਸਾਰ ਬਾਬਤ ਬਹੁਤ, ਅਤੇ ਆਪੇ ਵਿਚਾਰ ਨਿਕਲਣਗੇ ਨਾ। ਕਿੰਨਾ ਸਖਾਲਾ ਹੈ, ਮੈਂ ਸਿੱਧੀ ਗੱਲ ਦੱਸ ਰਿਹਾ ਹਾਂ, ਬਹੁਤ ਸਖਾਲੀ ਹੈ। ਕਰਕੇ ਤਾਂ ਕੋਈ ਦੇਖੇ, ਜਿਵੇਂ ਕੋਈ ਵੈਦ ਕਹਿੰਦਾ ਨਾ ਦਵਾਈ ਅਜਮਾ ਕੇ ਦੇਖੇ, ਮੈਂ ਵੀ ਕਹਿੰਦਾ ਅਜਮਾ ਕੇ ਤੇ ਦੇਖੋ, ਤੁਸੀਂ ਕਰਕੇ ਦੇਖੋ, ਧਿਆਨ ਹਟਾ ਕੇ ਦੇਖੋ, ਆਪਣੇ ਆਪ ਹੀ ਤੁਸੀਂ ਸ਼ਾਂਤ ਹੁੰਦੇ ਜਾਓਗੇ। ਨਿਰਵਿਚਾਰ, ਜਿੰਨੇ ਨਿਰਵਿਚਾਰ ਹੁੰਦੇ ਜਾਓਗੇ, ਸ਼ੁੱਧ ਹੁੰਦੇ ਜਾਓਗੇ, ਖਾਲਸ ਹੁੰਦੇ ਜਾਓਗੇ। ਅਤੇ ਜਿਹੜਾ ਖਾਲਸ ਹੋ ਗਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੋਂ ਕਰੋ ਨਿਵਾਸ, ਸ਼ੁੱਧ ਹੋ ਗਿਆ, ਦੋਨੋਂ ਹੀ ਆਤਮਾ ਦੇ ਦਰਸ਼ਨ ਹੁੰਦੇ ਹਨ, ਪਰਮਾਤਮਾ ਦੇ ਕਹਿ ਲਓ, ਕਿਉਂਕਿ ਸ਼ੁੱਧ ਹੀ ਸ਼ੁੱਧ ਨੂੰ ਦੇਖ ਸਕਦਾ ਹੈ, ਸ਼ੁੱਧ ਹੀ ਸ਼ੁੱਧ ਦੇ ਵਿੱਚ ਅਭੇਦ ਹੋ ਸਕਦਾ ਹੈ। ਅਤੇ ਸੰਸਾਰ ਅਸ਼ੁੱਧ ਹੈ, ਅਸ਼ੁੱਧ ਨੂੰ ਸੋਚ ਕੇ ਤੁਸੀਂ ਅਸ਼ੁੱਧ ਹੋ ਜਾਂਦੇ ਹੋ। ਸੋਚੋ ਨਾ।